ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਮਹਾਨ ਸਤਿਗੁਰਾਂ ਦੀ ਪਾਕ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਦਰੋਂ ਘਰੋਂ ਵਰੋਸ ਆਏ ਮਹਾਂਪੁਰਖ, ਮਹਾਨ ਤਪਸਵੀ, ਅਭੇਦ ਆਤਮਾ, ਬ੍ਰਹਮ ਸਰੋਤਰੀ, ਬ੍ਰਹਮਨੇਸ਼ਠੀ ਸੰਤ ਬਾਬਾ ਮੱਘਰ ਸਿੰਘ ਸਾਹਿਬ, ਤਿੰਨਾਂ ਦੇ ਪਾਵਨ ਤਪ ਸਥਾਨਾਂ ਵਿਖੇ ਸਤਿਗੁਰਾਂ ਦੀ ਮੁਕੱਦਸ ਗੋਦ ਦੇ ਅੰਦਰ ਆਪ ਮਾਈ ਪਾਈ ਜੁੜ ਮਿਲ ਬੈਠੇ ਹੋ। ਮਹਾਂਪੁਰਖਾਂ ਦੇ ਸਥਾਨਾਂ 'ਤੇ ਮੱਸਿਆ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰੇਕ ਮਹੀਨੇ ਹੀ ਸਮਾਗਮ ਕੀਤੇ ਜਾਂਦੇ ਹੈ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਨੇ, ਭੋਗ ਪਾਏ ਜਾਂਦੇ ਹੈ। ਆਪ ਮਾਈ ਭਾਈ ਦੂਰ ਦਰੇਡਿਓਂ ਪਿੰਡਾਂ ਥਾਵਾਂ ਵਿੱਚੋਂ ਆਪਣੀ ਸ਼ਰਧਾ ਰੱਖਦਿਆਂ ਹੋਇਆਂ ਮਹਾਂਪੁਰਖਾਂ ਦੇ ਸਥਾਨਾਂ 'ਤੇ ਨਤਮਸਤਕ ਹੁੰਦੇ ਹੋ। ਬਹੁਤੇ ਜਗਿਆਸੂ ਜਨ ਉਹਨਾਂ ਗੁਰਮੁਖਾਂ ਦੀ ਕੀਤੀ ਹੋਈ ਤਪੱਸਿਆ, ਬੰਦਗੀ ਦੀਆਂ ਜੋ ਕਿਰਨਾਂ ਇੱਥੇ ਫੁੱਲਾਂ ਦੀ ਸੁਗੰਧੀ ਵਾਂਗ ਮਹਿਕ ਰਹੀਆਂ ਨੇ। ਜਿਵੇਂ ਫੁੱਲਾਂ ਦੀ ਸੁਗੰਧੀ 'ਤੇ ਸ਼ਹਿਦ ਦੀਆਂ ਮੱਖੀਆਂ ਅਤੇ ਭੌਰੇ ਆਦਿਕ ਆ ਕੇ ਰਸ ਲੈਂਦੇ ਨੇ, ਇਸੇ ਤਰ੍ਹਾਂ ਆਪ ਸੰਗਤਾਂ ਮਹਾਂਪੁਰਖਾਂ ਦੇ ਸਥਾਨਾਂ 'ਤੇ ਆ ਕੇ ਉਹਨਾਂ ਦੇ ਕੀਤੀ ਹੋਈ ਬੰਦਗੀ ਦੀ ਮਹਿਕ ਨੂੰ ਅੰਗੀਕਾਰ ਕਰਦੇ ਹੋ। ਵੱਡੇ ਭਾਗ ਹੈ ਜੋ ਸਾਨੂੰ ਇਸ ਭਿਆਨਕ ਕਲਯੁਗ ਦੇ ਸਮੇਂ ਦੇ ਅੰਦਰ ਵੀ ਸੱਚੇ ਗੁਰੂ ਦੀ ਸੰਗਤ, ਮਹਾਂਪੁਰਖਾਂ ਦੇ ਸਥਾਨਾਂ ਦੇ ਦਰਸ਼ਨ ਦੀਦਾਰ ਪ੍ਰਾਪਤ ਹੋ ਰਹੇ ਨੇ। ਹੁਣੇ ਹੀ ਮਹਾਂਪੁਰਖਾਂ ਦੇ ਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹੈ। ਜੋ ਐਤਕੀ ਮੱਸਿਆ ਦੇ ਅਖੰਡ ਪਾਠ ਸਾਹਿਬ ਸਨ, ਇਹ ਮਹਾਂਪੁਰਖਾਂ ਦੀ ਬਰਸੀ ਦੇ ਸੰਬੰਧ ਵਿੱਚ ਵੀ ਆਰੰਭ ਹੋਏ ਹੈ। ਕਿਉਂਕਿ ਅੱਜ ਜਿਸ ਸਤਿਪੁਰਸ਼ ਦੀ ਮਹਿਮਾ ਦੂਰ ਦੁਰਾਡੇ ਤੱਕ ਫੈਲੀ ਹੋਈ ਹੈ, ਜਿਨ੍ਹਾਂ ਦੇ ਸਥਾਨ 'ਤੇ ਆਪ ਸਮੂਹ ਸਾਰੇ ਨਗਰ ਸ਼ਰਧਾ ਭਾਵਨਾ ਰੱਖਦੇ ਹੋ, ਦੁੱਖ ਸੁੱਖ ਦੇ ਵੇਲੇ ਅਰਦਾਸਾਂ ਬੇਨਤੀਆਂ ਕਰਦੇ ਹੈ, ਉਹਨਾਂ ਮਹਾਂਪੁਰਖਾਂ ਦੀ ਅੱਜ ਸੰਗਤ ਦੀ ਬਰਸੀ ਹੈ। ਅੱਜ ਦੇ ਦਿਨ, ਅੱਜ ਤੋਂ 97 ਸਾਲ ਪਹਿਲਾਂ 1924 ਦੇ ਵਿੱਚ ਉਹ ਮਹਾਂਪੁਰਖ ਇਸ ਸੰਸਾਰ ਤੋਂ ਸਰੀਰ ਕਰਕੇ ਸਦਾ ਲਈ ਓਹਲੇ ਹੋ ਗਏ ਸਨ। ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਵੀ ਮਹਾਂਪੁਰਖਾਂ ਦੇ ਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਆਦਿ ਤੋਂ ਮੱਧ ਅਤੇ ਮੱਧ ਤੋਂ ਸੰਪੂਰਨਤਾ ਹੀ ਹੁਣ ਹੋਈ ਹੈ। ਭੋਗ ਪਾਏ ਗਏ ਹੈ, ਅਰਦਾਸ ਹੋਈ, ਪਾਵਨ ਮੁਖ ਵਾਕ ਹੋਏ ਨੇ। ਆਪ ਸਮੂਹ ਸੰਗਤ ਨੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਸਰਵਣ ਕੀਤੇ ਹੈ। ਅੱਜ ਦੇ ਇਹ ਸਮਾਗਮ ਉਹਨਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਦੇ ਸੰਬੰਧ ਵਿੱਚ ਹੀ ਹੋਣਗੇ। ਤਕਰੀਬਨ 1.5 ਘੰਟੇ ਤੱਕ ਆਪਾਂ ਉਹਨਾਂ ਮਹਾਂਪੁਰਖਾਂ ਦੀ ਜੀਵਨੀ ਸਰਵਣ ਕਰਾਂਗੇ, ਉਹਨਾਂ ਦੇ ਜੀਵਨ ਤੋਂ ਸਿੱਖਿਆਵਾਂ ਲਵਾਂਗੇ। ਕੈਸਾ ਉਹਨਾਂ ਦਾ ਪਵਿੱਤਰ ਜੀਵਨ ਸੀ। ਐਸੇ ਸੰਤ ਮਹਾਂਪੁਰਖ ਦੁਨੀਆ ਦੇ ਵਿੱਚ ਤਾਵੇਂ ਵਿਰਲੇ ਹੋਇਆ ਕਰਦੇ ਨੇ। ਮਹਾਂਪੁਰਸ਼ਾਂ ਦੀ ਆਪਣੀ ਇੱਕ ਵੱਖਰੀ ਸ਼ਖਸੀਅਤ ਸੀ, ਜਿਨ੍ਹਾਂ ਨੇ ਇਕੱਲੇ ਆਪਾਂ ਪੰਜਾਬ ਦੀ ਧਰਤੀ ਨਹੀਂ ਕਹਿ ਸਕਦੇ,
ਦੁਨੀਆ ਦੀ ਧਰਤੀ ਤੇ ਕਹਿ ਲਈਏ, ਬਾਹਰਲੇ ਪ੍ਰਦੇਸ਼ਾਂ ਦੀ ਧਰਤੀ ਤੇ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ। ਬੇਅੰਤ ਲੋਕਾਂ ਨੂੰ ਗੁਰਮਤਿ ਦੇ ਰਾਹ ਤੇ ਤੋਰਿਆ। ਆਪ ਮਹਾਂਪੁਰਖ ਬੜੀ ਕਰਨੀ ਕਮਾਈ ਵਾਲੇ, ਰਹਿਤ ਬੈਦ ਵਾਲਾ ਉੱਚਾ ਸੁੱਚਾ ਜੀਵਨ ਸੀ। ਨਾਲ ਦੇ ਸੰਗੀਆਂ ਨੂੰ ਵੀ ਉੱਚਾ ਸੁੱਚਾ ਜੀਵਨ ਰੱਖਣ ਦਾ ਉਪਦੇਸ਼ ਦਿੰਦੇ। ਸੰਗਤਾਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋੜਿਆ ਕਰਦੇ। ਬਹੁਤੀ ਲੰਮੀ ਉਮਰ ਵੀ ਨਹੀਂ ਸੀ। ਕੁੱਲ 34 ਕੁ ਸਾਲ ਦੀ ਉਮਰ ਦੇ ਵਿੱਚ ਹੀ ਇਸ ਸੰਸਾਰ ਤੋਂ ਰੁਖਸਤ ਹੋ ਗਏ ਸਨ। ਉਹਨਾਂ ਦਾ ਜੀਵਨ ਇੱਕ ਵਿਲੱਖਣ ਜੀਵਨ ਹੈ। ਉਹਨਾਂ ਦਾ ਜੀਵਨ ਦੁਨੀਆ ਨੂੰ ਬੜੀਆਂ ਸੇਧਾਂ ਦੇਣ ਵਾਲਾ ਹੈ। ਉਹਨਾਂ ਦੇ ਜੀਵਨ ਦੇ ਵਿੱਚ ਸਿੱਖਿਆਵਾਂ ਹੀ ਸਿੱਖਿਆਵਾਂ ਭਰੀਆਂ ਹੋਈਆਂ ਨੇ। ਬਾਬਾ ਜੀ ਵਾਹਿਗੁਰੂ ਪਰਮਾਤਮਾ ਦਾ ਇੱਕ ਨੂਰ ਸਨ। ਇਹ ਗੱਲ ਵੱਡੇ ਵੱਡੇ ਗੋਰੇ ਅਫਸਰ ਵੀ ਕਿਹਾ ਕਰਦੇ ਸੀ, ਜਿਹੜੇ ਕਹਿੰਦੇ ਸਨ ਕਿ ਸਾਨੂੰ ਬਾਬਾ ਮੱਘਰ ਸਿੰਘ ਜੀ ਦੇ ਵਿੱਚੋਂ ਇਲਾਹੀ ਨੂਰ ਦਿਸਦਾ ਹੈ। ਇਹਨਾਂ ਦੇ ਵਿੱਚੋਂ ਸਾਨੂੰ ਈਸਾ ਜੀ ਨਜ਼ਰ ਆਉਂਦੇ ਨੇ। ਐਸੀ ਬੜੀ ਮਹਾਨ ਸ਼ਖਸੀਅਤ ਸਨ ਬਾਬਾ ਜੀ। ਸੋ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਵੀ ਅੱਜ ਦੇ ਸਮਾਗਮ ਹੈ। ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੇ ਪਵਿੱਤਰ ਜੀਵਨ ਦੀ ਆਪਾਂ ਝਾਤ ਪਾਵਾਂਗੇ। ਇਹ ਜੋ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਗ੍ਰੰਥ ਪ੍ਰਕਾਸ਼ ਹੈ, ਇਹਦੇ ਵਿੱਚ ਮਹਾਂਪੁਰਖਾਂ ਦੀ ਜ਼ਿੰਦਗੀ ਦੇ ਉਹ ਅਹਿਮ ਪਲ ਲਿਖੇ ਹੋਏ ਨੇ। ਕੱਲ੍ਹ ਵੀ ਆਪਾਂ ਕੁਝ ਕੁ ਵਿਚਾਰ ਕੀਤੀ ਸੀ ਕਿ ਜਿਸ ਸਮੇਂ ਬਾਬਾ ਜੀ ਸਰੀਰ ਛੱਡ ਗਏ ਨੇ, ਉਦੋਂ ਬਾਅਦ ਟਾਹਲੀ ਆਣੇ ਸੰਸਕਾਰ ਹੋਇਆ। ਇਹ ਆਪਾਂ ਸਾਰੇ ਜਾਣਦੇ ਹੀ ਹੈ। ਅਤੇ ਟਾਹਲੀ ਆਣੇ ਸਾਹਿਬ ਹੀ ਮਹਾਂਪੁਰਖਾਂ ਦਾ ਦੁਸਹਿਰਾ ਕੀਤਾ ਗਿਆ ਸੀ। ਉੱਥੇ ਹੀ ਮਹਾਂਪੁਰਖਾਂ ਦੇ ਸੰਬੰਧ ਵਿੱਚ ਭੋਗ ਪਾਏ ਗਏ ਸਨ। ਔਰ ਉਸ ਸਮੇਂ ਸੰਗਤ ਜੀ ਪੰਥ ਦੀ ਮਾਣਯੋਗ ਸ਼ਖਸੀਅਤ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਉਹ ਵਿਸ਼ੇਸ਼ ਕਰਕੇ ਉੱਥੇ ਪਹੁੰਚੇ ਸਨ। ਔਰ ਸਾਰਾ ਜਿੰਨਾ ਵੀ ਸਮਾਗਮ ਸੀ ਉਹਨਾਂ ਮਹਾਂਪੁਰਖਾਂ ਨੇ ਨਿਭਾਇਆ। ਉਹਨਾਂ ਨੇ ਹੀ ਮਹਾਂਪੁਰਖਾਂ ਦੀ ਬਰਸੀ 'ਤੇ ਉਹ ਉਸ ਦਿਨ ਉਹਨਾਂ ਦੇ ਦੁਸ਼ਹਿਰੇ 'ਤੇ ਕਥਾ ਕੀਤੀ ਸੀ। ਔਰ ਕਥਾ ਦੇ ਵਿੱਚ ਬੜੇ ਕੁਝ ਅਹਿਮ ਬਚਨ ਉਹਨਾਂ ਨੇ ਕਹੇ, ਜਿਨ੍ਹਾਂ ਬਚਨਾਂ ਨੂੰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਲਮਬੰਦ ਕੀਤਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਸੰਗਤ ਜੀ ਉਹ ਮਹਾਂਪੁਰਸ਼ ਹੋਏ ਹੈ, ਉਹ ਸ਼ਖਸੀਅਤ ਨੇ ਇਸ ਮਾਲਵੇ ਦੇਸ਼ ਦੇ ਵਿੱਚ, ਇਲਾਕੇ ਦੇ ਵਿੱਚ ਅਖਾੜੇ ਨਗਰ ਤੋਂ ਸਨ, ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਜਥਾ ਫੇਰਿਆ ਸੀ। ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਸੀ ਅਤੇ ਤਕਰੀਬਨ 100 ਤੋਂ 150 200 ਤੱਕ ਸਿੰਘਾਂ ਦੀ ਗਿਣਤੀ ਨਾਲ ਹੁੰਦੀ ਸੀ। ਇਹਨਾਂ ਜਥਾ ਲੈ ਕੇ ਵਿਚਰੇ ਸਨ। ਉਸ ਸਮੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਲੋਕ ਇਹ ਕਿਹਾ ਕਰਦੇ ਸੀ, ਪੜ੍ਹੇ ਲਿਖੇ, ਕਹਿੰਦੇ ਸੀ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਤਾਂ ਖਾਲਸਾ ਪੰਥ ਦੀ ਚੱਲਦੀ ਫਿਰਦੀ ਯੂਨੀਵਰਸਿਟੀ ਹੈ। ਏਡੀ ਮਹਾਨ ਸ਼ਖਸੀਅਤ ਨੇ ਉਹ। ਅਤੇ ਉਹ ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਗਤ ਜੀ 2 ਗ੍ਰੰਥ ਲਿਖ ਕੇ ਖਾਲਸਾ ਪੰਥ ਦੇ ਸਪੁਰਦ ਕੀਤੇ ਨੇ। ਉਹਨਾਂ ਵਿੱਚੋਂ ਇੱਕ ਗ੍ਰੰਥ ਹੈ ਗੁਰਬਾਣੀ ਪਾਠ ਦਰਸ਼ਨ। ਇਹ ਗ੍ਰੰਥ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਆਏ ਹੋਏ ਜਿਹੜੇ ਕੁਝ ਕਠਿਨ ਸ਼ਬਦ ਨੇ, ਉਹਨਾਂ ਨੂੰ ਬੋਲਣਾ ਕਿਵੇਂ ਹੈ, ਉਹਨਾਂ ਦਾ ਵਿਸ਼ਰਾਮ ਕਿੱਥੇ ਲੱਗਦਾ ਹੈ, ਇਹ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ। ਸਾਰੇ ਪਾਠਾਂ ਦੀ ਰਹਿਤ ਬਹਿਤ ਲਿਖੀ ਹੋਈ ਹੈ ਕਿ ਪਾਠ ਕਿਵੇਂ ਕਰੀਦਾ ਹੈ। ਸਾਰੀ ਜਿੰਨੀ ਵੀ ਮਾਨ ਮਰਜ਼ਾਦਾ ਉਹਨਾਂ ਲਿਖ ਕੇ ਉਸ ਗ੍ਰੰਥ ਵਿੱਚ ਦਿੱਤੀ ਹੈ।
ਤੇ ਜਿੰਨੇ ਵੀ ਸੰਗਤ ਜੀ ਟਕਸਾਲ 'ਚ ਪਾਠੀ ਪੜ੍ਹਦੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਜਦੋਂ ਪਾਠ ਸਿੱਖ ਲੈਂਦੇ ਹੈ ਜਾਂ ਪਾਠ ਦੇ ਨਾਲ ਨਾਲ ਹੀ ਉਹ ਗੁਰਬਾਣੀ ਪਾਠ ਦਰਸ਼ਨ, ਜਿਹਦਾ ਨਾਂ ਹੁਣ ਪਾਠ ਦਰਪਣ ਪੋਥੀ ਹੈ, ਉਹ ਫਿਰ ਪੜ੍ਹਾਈ ਜਾਂਦੀ ਹੈ ਕਿ ਭਾਈ ਤੁਸੀਂ ਪਾਠ ਕਰਨਾ ਹੈ ਅਤੇ ਪਾਠ ਦੀ ਆਹ ਮਰਜ਼ਾਦਾ ਹੁੰਦੀ ਹੈ, ਇੱਦਾਂ ਪਾਠ ਕਰੀਦਾ, ਸਾਰਾ ਉਹਦੇ ਵਿੱਚ ਲਿਖਿਆ ਹੋਇਆ ਹੈ। ਅਤੇ ਦੂਜਾ ਗ੍ਰੰਥ ਸੰਗਤ ਜੀ ਇਹ ਹੈ ਜੋ ਆਪ ਸਾਹਮਣੇ ਦਰਸ਼ਨ ਕਰ ਰਹੇ ਹੈ। ਇਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰਮੁਖ ਪ੍ਰਕਾਸ਼। ਇਸ ਗ੍ਰੰਥ ਦੇ ਵਿੱਚ ਵਿਸ਼ੇਸ਼ ਕਰਕੇ ਤਾਂ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਪਵਿੱਤਰ ਜੀਵਨ ਛੰਦਾਬੰਦੀ ਵਿੱਚ ਗੁੰਥਨ ਕੀਤਾ ਹੈ। ਦਿਨ ਅਤੇ ਤਰੀਕਾ ਮਿਥ ਕਰਕੇ ਫਲਾਣਾ ਵਾਰ, ਫਲਾਣਾ ਦਿਨ, ਫਲਾਣੀ ਤਰੀਕ, ਫਲਾਣਾ ਮਹੀਨਾ, ਫਲਾਣੀ ਥਾਂ 'ਤੇ ਆ ਮਹਾਂਪੁਰਖਾਂ ਨੇ ਉਪਦੇਸ਼ ਦਿੱਤਾ। ਇੱਦਾਂ ਗਿਣ ਕੇ ਮਹਾਂਪੁਰਖਾਂ ਦਾ ਜੀਵਨ ਲਿਖਿਆ ਹੈ। ਇਸ ਗ੍ਰੰਥ ਦੇ ਵਿੱਚ ਹੀ ਰਾਗਮਾਲਾ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਰਾਗਮਾਲਾ ਉੱਤੇ ਬੜਾ ਵੱਡਾ ਲੇਖ, ਬੜੇ ਗਹਿਰੇ ਅਰਥ ਉਹਨਾਂ ਨੇ ਲਿਖ ਕੇ ਦਿੱਤੇ। ਇਸੇ ਗ੍ਰੰਥ ਦੇ ਵਿੱਚ ਰਾਮ ਕਲੀ ਸੱਦ, ਉਸ ਦੀ ਵੀ ਕਥਾ ਲਿਖ ਕੇ ਦਿੱਤੀ ਹੈ। ਇਸੇ ਗ੍ਰੰਥ ਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦਾ ਜੀਵਨ ਬੜੇ ਸੂਖਮ ਰੂਪ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਹੈ। ਇਹ ਸਾਰਾ ਕੁਝ ਇਸ ਗ੍ਰੰਥ ਦੇ ਪਹਿਲੇ ਭਾਗ 'ਚ ਹੈ। ਅਤੇ ਉਦੋਂ ਬਾਅਦ ਫਿਰ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦਾ ਜੀਵਨ ਲਿਖਿਆ, ਅਤੇ ਉਹਨਾਂ ਦੇ ਜੀਵਨ ਦੇ ਵਿੱਚ ਹੀ ਸੰਤ ਬਾਬਾ ਮੱਘਰ ਸਿੰਘ ਜੀ ਦਾ ਜੀਵਨ ਵੀ ਨਾਲ ਹੀ ਚੱਲਦਾ ਹੈ, ਕਿਉਂਕਿ ਦੋਨੇ ਮਹਾਂਪੁਰਖ ਬਰਾਬਰ ਦੀ ਹੀ ਉਮਰ ਦੇ ਸਨ ਅਤੇ ਬਹੁਤ ਥਾਵਾਂ 'ਤੇ ਇਕੱਠਾ ਹੀ ਮਹਾਂਪੁਰਖਾਂ ਨੇ ਰਲ ਮਿਲ ਕੇ ਪ੍ਰਚਾਰ ਪ੍ਰਸਾਰ ਕੀਤਾ ਸੀ। ਚਾਹੇ ਕਿਤੇ ਵੀ ਸੰਗਤ ਜੀ ਲੋੜ ਪਈ, ਦੋਨੇ ਮਹਾਂਪੁਰਖ ਸਭ ਤੋਂ ਪਹਿਲਾਂ ਉੱਥੇ ਪਹੁੰਚਿਆ ਕਰਦੇ। ਚਾਹੇ ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਜੈਤੋਂ ਦਾ ਮੋਰਚਾ ਲੱਗਾ ਹੈ, ਨਨਕਾਣੇ ਸਾਹਿਬ ਦੀ ਗੱਲ ਹੋਈ ਹੈ, ਸਾਰੀਆਂ ਥਾਵਾਂ 'ਤੇ ਇਹ ਮਹਾਂਪੁਰਖ ਪਹਿਲਾਂ ਪਹੁੰਚਿਆ ਕਰਦੇ ਸਨ, ਪੰਥ ਹਤੈਸ਼ੀ ਸਨ। ਅਤੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਇਸ ਗ੍ਰੰਥ ਦੇ ਵਿੱਚ ਬਾਬਾ ਮੱਘਰ ਸਿੰਘ ਜੀ ਦੀ ਜੀਵਨੀ ਨਾਲ ਹੀ ਦਿੱਤੀ ਹੋਈ ਹੈ। ਅਤੇ ਅੱਜ ਜਿਸ ਸੰਬੰਧ ਵਿੱਚ ਆਪਾਂ ਇੱਥੇ ਇਕੱਤਰ ਹੋਏ ਹੈ, ਉਹਨਾਂ ਦੇ ਇਸ ਗ੍ਰੰਥ ਦੇ ਵਿੱਚ ਉਹਨਾਂ ਨੇ ਬਾਬਾ ਮੱਘਰ ਸਿੰਘ ਜੀ ਦਾ ਜੀਵਨ ਬੜੇ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਬਿਆਨ ਕੀਤਾ ਹੈ ਛੰਦਾਬੰਦੀ ਦੇ ਵਿੱਚ, ਅਤੇ ਥੋੜ੍ਹੇ ਜਿਹੇ ਅੱਖਰਾਂ ਵਿੱਚ ਹੀ ਸਾਰਾ ਜੀਵਨ ਉਹਨਾਂ ਨੇ ਕਹਿ ਦਿੱਤਾ। ਇੱਥੇ ਹੀ ਨਹੀਂ, ਇੱਥੋਂ ਪਿੱਛੇ ਵੀ ਗ੍ਰੰਥ ਦੇ ਵਿੱਚ ਜਿੱਥੇ ਵੀ ਬਾਬਾ ਸੁੰਦਰ ਸਿੰਘ ਜੀ ਦੇ ਨਾਲ ਬਾਬਾ ਜੀ ਦਾ ਮਿਲਾਪ ਹੋਇਆ, ਉਹ ਸਾਰੀ ਵਾਰਤਾ ਬਾਬਾ ਗੁਰਬਚਨ ਸਿੰਘ ਜੀ ਨੇ ਇਸ ਗ੍ਰੰਥ ਵਿੱਚ ਲਿਖੀ ਹੋਈ ਹੈ। ਉਹ ਸਮਾਂ ਲੱਗੇ ਤਾਂ ਜਿਵੇਂ ਪੜ੍ਹਾਂਗੇ ਪਤਾ ਚੱਲਦਾ ਹੈ। ਬਾਕੀ ਨਾਲ ਹੀ ਬੇਨਤੀਆਂ ਕਰ ਦਿੱਤੀਆਂ ਜਾਣਗੀਆਂ ਕਿ ਕਿਵੇਂ ਮਹਾਂਪੁਰਖਾਂ ਨੇ ਹੋਰ ਵੀ ਸੰਗਤ ਦੀ ਪ੍ਰਚਾਰ ਪ੍ਰਸਾਰ ਕੀਤਾ ਸੀ। ਐਸੀ ਮਹਾਨ ਸ਼ਖਸੀਅਤ ਸੰਤ ਬਾਬਾ ਮੱਘਰ ਸਿੰਘ ਸਾਹਿਬ, ਜਿਨ੍ਹਾਂ ਨੂੰ ਵੱਡੇ ਸੰਗਤ ਜੀ ਲੋਕ ਵੀ ਨਤਮਸਤਕ ਹੁੰਦੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਇੱਕ ਆਪ ਸੰਗਤ ਦੀ ਮਹਾਨ ਸ਼ਖਸੀਅਤ ਨੇ ਪੰਥ ਦੇ ਵਿੱਚ। ਜਦੋਂ ਕਿਤੇ ਵਿੱਦਿਆ ਦੀ ਗੱਲ ਹੋਵੇ, ਗੁਰਬਾਣੀ ਦੇ ਅਰਥਾਂ ਦੀ ਗੱਲ ਹੋਵੇ, ਤਾਂ ਬਾਬਾ ਗੁਰਬਚਨ ਸਿੰਘ ਜੀ ਦੇ ਨਾਮ 'ਤੇ ਆ ਕੇ ਸਾਰੀ ਗੱਲ ਹੀ ਖਤਮ ਹੋ ਜਾਂਦੀ ਹੈ। ਚਾਹੇ ਟਕਸਾਲ ਦੀਆਂ ਅਨੇਕਾਂ ਜਥੇਬੰਦੀਆਂ ਬਣ ਚੁੱਕੀਆਂ ਨੇ, ਆਪਸ ਵਿੱਚ ਕਈਆਂ ਦੇ ਮਤਭੇਦ ਨੇ, ਪਰ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਨਾਮ ਲੈ ਲਈਦਾ ਹੈ, ਉੱਥੇ ਸਾਰੇ ਸਿਰ ਝੁਕਾ ਦਿੰਦੇ ਨੇ ਕਿ ਨਾ ਭਾਈ ਉਹਨਾਂ ਤੋਂ ਵੱਡਾ ਕੋਈ ਵਿਦਵਾਨ ਨਹੀਂ ਨਜ਼ਰ ਹੀ ਪੈਂਦਾ ਹੈ। ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਇਹ ਪੱਥਰ 'ਤੇ ਲਕੀਰ ਹੈ। ਐਸੀ ਮਹਾਨ ਸ਼ਖਸੀਅਤ ਨੇ ਬਾਬਾ ਮੱਘਰ ਸਿੰਘ ਜੀ ਦਾ ਬੜੇ ਪਿਆਰ ਦੇ ਨਾਲ ਇਸ ਗ੍ਰੰਥ ਵਿੱਚ ਵਾਰ ਕਈ ਥਾਂ 'ਤੇ ਜ਼ਿਕਰ ਕੀਤਾ ਹੈ। ਔਰ ਐਸੇ ਪਿਆਰੇ ਸੰਗਤ ਜੀ ਬਾਬਾ ਜੀ ਨੇ ਬਚਨ ਕੀਤੇ ਹੈ ਮਹਾਂਪੁਰਸ਼ਾਂ ਨੇ ਬਾਬਾ ਮੱਘਰ ਸਿੰਘ ਜੀ ਦੇ ਪਰਥਾਏ ਕਿ ਸੰਤ ਮੱਘਰ ਸਿੰਘ ਕੀਰਤਨ ਕਰਹੀ, ਅੰਮ੍ਰਿਤ ਵਰਖਾ ਰਸ ਮਹਿ ਢਰਹੀ। ਕਹਿੰਦੇ ਆ ਕਿ ਜਦੋਂ ਬਾਬਾ ਮੱਘਰ ਸਿੰਘ ਜੀ ਕੀਰਤਨ ਕਰਿਆ ਕਰਦੇ ਸਨ, ਅਤੇ ਉਸ ਸਮੇਂ ਆਸੇ ਪਾਸੇ ਦਾ ਸਾਰਾ ਵਾਤਾਵਰਣ ਵੀ ਅੰਮ੍ਰਿਤ ਰਸ ਦੇ ਵਿੱਚ ਢਲ ਜਾਂਦਾ ਸੀ। ਕੀ ਮਨੁੱਖਾਂ ਦੀ ਤਾਂ ਕੀ ਗੱਲ ਕਰਨੀ ਹੈ, ਕਹਿੰਦੇ ਕੋਈ ਪਸ਼ੂ ਪੰਛੀ
ਰੁੱਖਾਂ ਦੇ ਪੱਤੇ ਵੀ ਰਸ ਦੇ ਨਾਲ ਭਿੱਜ ਜਾਇਆ ਕਰਦੇ ਸਨ। ਬਾਬਾ ਮੱਘਰ ਸਿੰਘ ਜੀ ਕੌਣ ਸਨ, ਕੀ ਸ਼ਖਸੀਅਤ ਨੇ, ਇਹ ਆਪਾਂ ਸਮਾਪਤੀ ਦੇ ਲਾਗੇ ਸੰਗਤ ਜੀ ਵਿਚਾਰ ਕਰਾਂਗੇ, ਜਿਸ ਬਾਬਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਹੋਏ ਨੇ ਕਿ ਬਾਬਾ ਮੱਘਰ ਸਿੰਘ ਸਾਹਿਬ ਜੀ ਵਰਗੇ ਜਿਹੜੇ ਮਹਾਂਪੁਰਖ ਦੁਨੀਆ 'ਚ ਆਉਂਦੇ ਨੇ, ਇਹ ਕਿਹੜੇ ਖਜ਼ਾਨੇ ਵਿੱਚੋਂ ਮਹਾਰਾਜ ਜੀ ਭੇਜਦੇ ਹੈ ਦੁਨੀਆ ਦੇ ਵਿੱਚ। ਹੋਰ ਵੀ ਜਿਹੜੇ ਮਹਾਂਪੁਰਖ ਦੁਨੀਆ ਵਿੱਚ ਆਏ ਨੇ, ਘਾਲਣਾ ਘਾਲੀਆਂ ਨੇ, ਇਹ ਕੌਣ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਖਜ਼ਾਨੇ 'ਚੋਂ ਭੇਜਦੇ ਹੈ। ਇਹਦਾ ਉੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਗ੍ਰੰਥ ਸ੍ਰੀ ਸਰਬਲੋਕ ਪ੍ਰਕਾਸ਼ ਦੇ ਵਿੱਚ ਦਿੱਤਾ ਹੋਇਆ ਹੈ। ਉਹ ਵੀ ਦਸਮ ਪਾਤਸ਼ਾਹ ਜੀ ਦਾ ਸੰਗਤ ਜੀ ਗ੍ਰੰਥ ਹੈ। ਸੋ ਆਓ ਇਕਾਗਰਤਾ ਧਾਰਨ ਕਰੀਏ ਅਤੇ ਮਹਾਂਪੁਰਖਾਂ ਦੇ ਯਾਦ ਦੇ ਵਿੱਚ ਜੁੜ ਮਿਲ ਕੇ ਬੈਠੀਏ। ਇਹ ਸਮਾਂ ਵਾਰ-ਵਾਰ ਨਹੀਂ ਲੱਭਦਾ ਹੈ। ਹਰ ਵਾਰ ਸੰਗਤ ਜੀ ਬਰਸੀ ਆਪਾਂ ਜਾਣਦੇ ਹੀ ਹੈ ਕਿ ਡੇਢ ਕੇ ਪਿੰਡ ਮਨਾਈ ਜਾਂਦੀ ਹੈ। ਸੰਗਤਾਂ ਉੱਥੇ ਹਾਜ਼ਰੀ ਲਵਾਉਂਦੀਆਂ ਨੇ। ਇਸ ਨਗਰ ਵਿੱਚੋਂ ਵੀ ਜਾ ਕੇ ਉੱਥੇ ਹਾਜ਼ਰੀ ਲਵਾਈ ਜਾਂਦੀ ਹੈ। ਉਹ ਨਗਰ ਵੱਲੋਂ ਬੜਾ ਸਤਿਕਾਰ ਦਿੱਤਾ ਜਾਂਦਾ ਹੈ। ਪਰ ਐਤਕੀ ਅਚਾਨਕ ਹੀ ਉਹਨਾਂ ਦੀ ਬਰਸੀ ਵਾਲੇ ਦਿਨ ਹੀ ਸੰਗਤ ਜੀ ਮੱਸਿਆ ਦਾ ਦਿਨ ਆ ਗਿਆ ਹੈ। ਤੋ ਫਿਰ ਐਤਕੀ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਆਪਾਂ ਇੱਥੇ ਹੀ ਇਕੱਤਰ ਹੋ ਗਏ ਹਾਂ। ਉੱਥੇ ਵੀ ਸਾਡਾ ਜਾਣ ਦਾ ਫਰਜ਼ ਬਣਦਾ ਹੈ। ਜਿੱਥੇ ਮਹਾਂਪੁਰਖਾਂ ਨੇ ਸਰੀਰ ਛੱਡਿਆ ਉੱਥੇ ਪਰਸੋਂ ਹੀ ਸੰਗਤ ਜੀ ਜਾ ਕੇ ਤੇ ਹਾਜ਼ਰੀ ਭਰ ਆਏ ਸਾਂ। ਨਾਲ ਪ੍ਰਧਾਨ ਸਾਹਿਬ ਜੀ ਵੀ ਗਏ ਸਨ। ਤੋ ਇਸ ਤਰ੍ਹਾਂ ਮਹਾਂਪੁਰਖਾਂ ਦੀ ਬਰਸੀ ਦਾ ਇਹ ਸਾਰਾ ਅੱਜ ਦਾ ਸਮਾਗਮ ਹੈ। ਇਕਾਗਰਤਾ ਧਾਰਨ ਕਰੋ, ਪਿਆਰ ਦੇ ਨਾਲ ਸੰਗਤ ਜੀ ਸਤਿਨਾਮ ਵਾਹਿਗੁਰੂ ਦਾ ਜਾਪ ਕਰੀਏ ਤੇ ਫਿਰ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਰਾਮਗੜ੍ਹ ਵਾਲੇ ਪਿਆਰੇ। ਇਹ ਪਾਵਨ ਬਚਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਲਮ ਦੇ ਹਨ। ਉਹਨਾਂ ਦੀ ਨਿਗਾਹ ਵਿੱਚ ਬਾਬਾ ਮੱਘਰ ਸਿੰਘ ਜੀ ਕੌਣ ਹੈ, ਉਹ ਆਪਾਂ ਅੱਜ ਸੁਣਨਾ ਹੈ। ਕਹਿੰਦੇ ਨੇ ਕਿ ਸੰਤ ਰਾਮਗੜ੍ਹ ਵਾਲੇ। ਦੇਖੋ ਆਪਣੇ ਇਸ ਪਿੰਡ ਦਾ ਨਾਮ ਵੀ ਇਸ ਗ੍ਰੰਥ ਵਿੱਚ ਲਿਖਿਆ ਗਿਆ ਹੈ। ਕਿੰਨੇ ਪਿੰਡ ਹੋਰ ਵੀ ਨੇ, ਪਰ ਕਿਸੇ ਪਿੰਡ ਦਾ ਨਾਮ ਕਿਸੇ ਗ੍ਰੰਥ ਦੇ ਵਿੱਚ ਲਿਖਿਆ ਜਾਵੇ, ਸਰਕਾਰੀ ਕਾਗਜ਼ਾਂ 'ਚ ਤਾਂ ਹੋ ਸਕਦਾ ਹੈ, ਪਰ ਕਿਸੇ ਮਹਾਂਪੁਰਖ ਕਰਨੀ ਕਮਾਈ ਵਾਲੇ ਦੀ ਕਲਮ ਦੁਆਰਾ ਲਿਖਿਆ ਜਾਵੇ, ਇਹ ਮੁਸ਼ਕਲ ਹੈ। ਔਰ ਬੜੇ ਪਿਆਰ ਦੇ ਨਾਲ ਇਸ ਪਿੰਡ ਦਾ ਨਾਮ ਸੰਗਤ ਜੀ ਲਿਖਦੇ ਨੇ, ਰਾਮਗੜ੍ਹ। ਸੰਤ ਰਾਮਗੜ੍ਹ ਵਾਲੇ ਪਿਆਰੇ। ਰਾਮਗੜ੍ਹ ਪਿੰਡ ਵਾਲੇ ਜਿਹੜੇ ਸੰਤ ਹੈ ਬਾਬਾ ਮੱਘਰ ਸਿੰਘ ਜੀ, ਬੜੇ ਪਿਆਰ ਵਾਲੇ ਨੇ। ਮਹਾਂਪੁਰਖਾਂ ਦਾ ਜੀਵਨ ਸੰਗਤ ਜੀ, ਵੈਸੇ ਤਾਂ ਗੁਰੂ ਕੀ ਬਾਣੀ ਦੇ ਬਚਨ ਹਨ ਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਸਦਾ ਜਿਉਂਦਾ ਹੈ। ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ, ਜੰਮਣ ਮਰਨਾ ਬਾਹਰੇ, ਪਰ ਉਪਕਾਰੀ ਜਗ ਵਿੱਚ ਆਏ। ਜਾਂ ਇਸੇ ਤਰ੍ਹਾਂ ਗੁਰਬਾਣੀ ਵਿੱਚ ਮਹਾਰਾਜ ਜੀ ਹੋਰ ਵੀ ਪ੍ਰਮਾਣ ਦਿੰਦੇ ਨੇ ਕਿ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ। ਸੋ ਐਸੇ ਜਨ ਸਨ ਬਾਬਾ ਮੱਘਰ ਸਿੰਘ ਸਾਹਿਬ, ਜਿਨ੍ਹਾਂ ਦਾ ਸੰਗਤ ਜੀ ਜਨਮ ਇਸੇ ਨਗਰ ਦੇ ਵਿੱਚ ਬਾਬਾ ਸੋਭਾ ਸਿੰਘ ਜੀ ਦੇ ਘਰ ਵਿਖੇ ਉਹਨਾਂ ਦੀ ਪਤਨੀ ਬੀਬੀ ਨੰਦ ਕੌਰ ਜੀ ਦੀ ਕੁੱਖੋਂ 29 ਮੱਘਰ ਵਾਲੇ ਦਿਨ 1947 ਬਿਕਰਮੀ ਸੰਮਤ ਤੇ ਅੰਮ੍ਰਿਤ ਵੇਲੇ ਦੇ ਨਾਲ ਸੰਗਤ ਜੀ ਇਸ ਨਗਰ ਦੇ ਵਿੱਚ ਉਹਨਾਂ ਦੇ ਜਨਮ ਹੋਏ ਨੇ। ਬਾਬਾ ਮੱਘਰ ਸਿੰਘ ਸਾਹਿਬ ਜੀ ਦੇ ਈਸਵੀ ਸਨ ਤਕਰੀਬਨ 14 ਦਸੰਬਰ ਤੇ 1890 ਦੇ ਲਾਗੇ ਚਾਗੇ ਸੰਗਤ ਜੀ ਬਣਦਾ ਹੈ। ਮਹਾਂਪੁਰਖ ਆਮ ਸੰਗਤ ਜੀ ਸਿਆਣਿਆਂ ਦੇ ਬਚਨ ਨੇ ਕਿ ਪੁੱਤਰ ਤੇ ਕਪੁੱਤਰ ਦਾ ਭੰਗੂੜੇ ਵਿੱਚ ਪਏ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹਦੇ ਲੱਛਣ ਕਿਹੋ ਜਿਹੇ ਨੇ।
ਦਾਈਆਂ ਸੰਗਤ ਜੀ ਕਹਿੰਦੇ ਹੈ ਕਿ ਮਾਈਆਂ ਦੇ ਪੇਟ ਦੇਖ ਕੇ ਦੱਸ ਦਿੰਦੀਆਂ ਨੇ ਕਿ ਇਹਦੇ ਪੇਟੋਂ ਜਨਮ ਲੈਣ ਵਾਲਾ ਬੱਚਾ ਕਿਹੋ ਜਿਹਾ ਹੋਏਗਾ। ਸਿਆਣਿਆਂ ਦੇ ਤੱਤ ਹੈ ਕਿ ਜੇ ਭੰਗੂੜੇ ਵਿੱਚ ਪਿਆ ਹੋਇਆ ਬੱਚਾ ਹੈ, ਉਹਦੀਆਂ ਆਦਤਾਂ, ਉਹਦੀਆਂ ਇੱਦਤਾਂ ਦੇਖ ਕੇ ਅੰਦਾਜ਼ਾ ਲਾ ਦਿੰਦੇ ਨੇ ਕਿ ਬੱਚਾ ਕਿਹੋ ਜਿਹਾ ਹੋਏਗਾ। ਤੇ ਬਾਬਾ ਮੱਘਰ ਸਿੰਘ ਸਾਹਿਬ ਕੈਸੇ ਨੇ, ਸ਼ੁਰੂ ਤੋਂ ਹੀ ਇੱਕ ਤਾਂ ਸੰਗਤ ਜੀ ਸ਼ਾਂਤ ਸਰੂਪ ਹੈ ਇਹਨਾਂ ਦਾ, ਔਰ ਜਿਹੜੇ ਰੱਬ ਦੇ ਪਿਆਰ ਵਾਲੇ ਹੁੰਦੇ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਅਗੰਮੀ ਨੂਰ ਹੋਇਆ ਕਰਦਾ ਹੈ, ਵੱਖਰਾ ਹੀ ਐਸਾ ਉਹਨਾਂ ਦੇ ਸੰਗਤ ਜੀ ਚਿਹਰੇ 'ਤੇ ਨੂਰ ਹੈ। ਦੱਸਦੇ ਨੇ ਜਿਵੇਂ ਉਹਨਾਂ ਦੇ ਜੀਵਨ ਦੇ ਇਤਿਹਾਸ ਵਿੱਚ ਲਿਖਿਆ ਕਿ ਜਿਸ ਦਿਨ ਉਹਨਾਂ ਦਾ ਸੰਗਤ ਜੀ ਜਨਮ ਹੋਇਆ ਹੈ ਬਾਬਾ ਜੀ ਦਾ, ਸਾਰੇ ਪਿੰਡ ਨੂੰ ਪਤਾ ਚੱਲਿਆ ਤੇ ਸਾਰੇ ਪਿੰਡ ਵਾਲੇ ਕਹਿੰਦੇ ਸਵੇਰ ਵੇਲੇ ਹੁੰਦਿਆਂ ਸਾਰੀ ਵਧਾਈਆਂ ਦੇਣ ਵਾਸਤੇ ਘਰ ਵਿੱਚ ਆ ਗਏ ਸਨ। ਜਿਹੜਾ ਵੀ ਆਉਂਦਾ ਹੈ ਮਹਾਂਪੁਰਖਾਂ ਦਾ ਚਿਹਰਾ ਦੇਖਦਾ ਤੇ ਬੜਾ ਖੁਸ਼ ਹੁੰਦਾ। ਬਾਬਾ ਸੋਭਾ ਸਿੰਘ ਨੂੰ ਬੜੀਆਂ ਵਧਾਈਆਂ ਦਿੱਤੀਆਂ। ਸਾਰਾ ਦਿਨ ਹੀ ਸੰਗਤ ਜੀ ਵਧਾਈਆਂ ਹੀ ਮਿਲਦੀਆਂ ਰਹੀਆਂ। ਘਰ ਦੇ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਨੇ। ਬਚਪਨ ਦੇ ਵਿੱਚ ਹੀ ਮਹਾਂਪੁਰਸ਼ ਇੱਥੇ ਨਗਰ ਦੇ ਵਿੱਚ ਸੰਗਤ ਜੀ ਖੇਡੇ ਮੱਲੇ, ਹੌਲੀ ਹੌਲੀ ਰਿੜ੍ਹਦੇ ਨੇ। ਵੱਧਦਿਆਂ ਸੰਗਤ ਜੀ ਇਸੇ ਤਰ੍ਹਾਂ ਤੁਰਨ ਲੱਗ ਪਏ ਨੇ। ਥੋੜ੍ਹੇ ਕੁ ਵੱਡੇ ਹੋਏ ਨੇ, 5-7 ਸਾਲਾਂ ਦੇ। ਇਹਨਾਂ ਦੇ ਦਾਦਾ ਜੀ ਸਨ ਬਾਬਾ ਬਹਾਲ ਸਿੰਘ ਜੀ, ਜਿਨ੍ਹਾਂ ਬਾਬਤ ਆਪ ਜਾਣਦੇ ਹੀ ਹੋ ਕਿ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਬੜੇ ਭਾਰੀ ਸੰਗਤ ਜੀ ਸੂਰਬੀਰ ਯੋਧੇ ਸਨ। ਬਹੁਤ ਭਾਰੀ ਉਹਨਾਂ ਨੇ ਜੰਗ ਯੁੱਧ ਵੀ ਕੀਤੇ ਹੈ, ਕਈ ਮੋਰਚੇ ਵੀ ਫਤਿਹ ਕੀਤੇ ਸਨ। ਤੇ ਬਾਬਾ ਬਹਾਲ ਸਿੰਘ ਜੀ ਆਪਣੇ ਪੋਤਰੇ ਨੂੰ ਕਹਿੰਦੇ ਨਾ ਕਿ ਮੂਲ ਨਾਲੋਂ ਵਿਆਜ ਬਹੁਤਾ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਕਹਿੰਦੇ ਹੈ ਕਿ ਬਾਬਾ ਸੋਭਾ ਸਿੰਘ ਜੀ ਨਾਲੋਂ ਜਦੋਂ ਅੱਗੇ ਬਾਬਾ ਮੱਘਰ ਸਿੰਘ ਜੀ ਦਾ ਜਨਮ ਹੋਇਆ ਹੈ, ਬਹੁਤਾ ਹੀ ਜ਼ਿਆਦਾ ਇਹਨਾਂ ਨਾਲ ਪਿਆਰ ਕਰਦੇ। ਹਾਲਾਂਕਿ ਘਰ ਦੇ ਵਿੱਚ ਸੰਗਤ ਜੀ ਕਹਿੰਦੇ ਬਾਬਾ ਸੋਭਾ ਸਿੰਘ ਜੀ ਦੇ 2 ਲੜਕੀਆਂ ਤੇ 2 ਲੜਕੇ ਸਨ। ਬਾਕੀ ਸਾਰੇ ਵੱਡੇ ਸਨ ਪਰਿਵਾਰ ਵਾਲੇ। ਬਾਬਾ ਮੱਘਰ ਸਿੰਘ ਜੀ ਛੋਟੇ ਸਨ। ਤਾਂ ਇਹਨਾਂ ਦੇ ਨਾਲ ਕਹਿੰਦੇ ਬੜਾ ਪ੍ਰੇਮ ਕਰਦੇ। ਇਹਨਾਂ ਨੂੰ ਆਪਣੇ ਨਾਲ ਰੱਖਦੇ, ਗੋਦੀ ਵਿੱਚ ਪਾ ਲੈਂਦੇ। ਰਾਤ ਦੇ ਸਮੇਂ ਆਪਣੇ ਦਾਦਾ ਜੀ ਨਾਲ ਹੀ ਜਾ ਕੇ ਸੌਂਦੇ। ਤੇ ਫਿਰ ਦਾਦੇ ਬਜ਼ੁਰਗ ਜਿਹੜੇ ਸੀ ਪੁਰਾਣੇ ਸਮੇਂ ਆਪਣੇ ਪੁੱਤ ਪੋਤਰਿਆਂ ਨੂੰ ਲੰਘ ਚੁੱਕੇ ਸਮੇਂ ਦੀਆਂ ਕਹਾਣੀਆਂ, ਇਤਿਹਾਸ ਸੁਣਾਇਆ ਕਰਦੇ ਸੀ। ਬਾਬਾ ਬਹਾਲ ਸਿੰਘ ਜੀ ਬਾਬਾ ਮੱਘਰ ਸਿੰਘ ਜੀ ਨੂੰ ਸੰਗਤ ਜੀ ਆਪਣੀ ਗੋਦ ਵਿੱਚ ਬਿਠਾ ਕੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬਾਂ ਦੀ ਗਾਥਾ ਸੁਣਾਉਂਦੇ। ਬਾਬਾ ਜੀ ਬੜੇ ਪਿਆਰ ਨਾਲ ਸੁਣਦੇ। ਕਿਤੇ ਕਿਤੇ ਸ਼ੇਰੇ ਪੰਜਾਬ ਦੇ ਸਮੇਂ ਜਿਹੜਾ ਪੰਜਾਬ ਦਾ ਰਾਜ ਭਾਗ ਸੀ, ਉਹ ਰਾਜ ਭਾਗ ਦੀਆਂ ਗੱਲਾਂ ਬਾਤਾਂ ਕਰਦੇ। ਆਪ ਜਿਵੇਂ ਜੰਗ ਯੁੱਧ ਕੀਤੇ ਸਨ, ਜਿਵੇਂ ਪੰਜਾਬ ਦਾ ਰਾਜ ਹੱਥੋਂ ਖੁੱਸ ਗਿਆ ਸੀ, ਅੰਗਰੇਜ਼ਾਂ ਦਾ ਰਾਜ ਭਾਗ ਹੋ ਗਿਆ, ਉਹ ਸਾਰਾ ਕੁਝ ਬਾਬਾ ਮੱਘਰ ਸਿੰਘ ਜੀ ਨੂੰ ਸੁਣਾਇਆ ਕਰਦੇ। ਤੇ ਸੁਣਾਉਂਦਿਆਂ ਕਈ ਵਾਰ ਅੱਖਾਂ ਭਰ ਆਉਂਦੇ ਸਨ। ਬਾਬਾ ਜੀ ਇਹ ਸਾਰਾ ਕੁਝ ਸੰਗਤ ਜੀ ਸੁਣਦੇ ਰਹਿੰਦੇ। ਉਹ ਦੱਸਿਆ ਵੀ ਜਾਂਦਾ, ਆਪਾਂ ਜਾਣਦੇ ਹੀ ਹੈ ਕਿ ਬਚਪਨ ਇੱਕ ਕੋਰੀ ਸਲੇਟ ਦੇ ਵਾਂਗ ਹੈ, ਜਿਹਦੇ ਉੱਤੇ ਜਿਹੋ ਜਿਹੇ ਅੱਖਰ ਲਿਖ ਦਿੱਤੇ ਜਾਣ ਉਹ ਉਸੇ ਤਰ੍ਹਾਂ ਹੀ ਸੰਗਤ ਜੀ ਛਪ ਜਾਂਦੇ ਨੇ। ਕਈ ਗੱਲਾਂ ਨੇ ਆਪਣੀ ਜ਼ਿੰਦਗੀ ਦੀਆਂ ਬਚਪਨ ਦੀਆਂ ਸਾਨੂੰ ਚੇਤੇ ਹੈ, ਉਹ ਕੋਰੀ ਸਲੇਟ ਦੇ ਉੱਤੇ ਵਗੀਆਂ ਹੋਈਆਂ ਸਨ। ਤੋ ਜਿਨ੍ਹਾਂ ਦਾ ਬਚਪਨ ਸੰਗਤ ਜੀ ਇਸ ਤਰ੍ਹਾਂ ਲੰਘੇ, ਸੁਭਾਵਿਕ ਹੈ ਕਿ ਉਹਨਾਂ ਦਾ ਆਉਣ ਵਾਲਾ ਜੀਵਨ ਬਹੁਤਾ ਇਖਲਾਕੀ ਹੋਇਆ ਕਰਦਾ ਹੈ। ਤੋ ਬਾਬਾ ਜੀ ਸੁਣਦੇ ਪਿਆਰ ਦੇ ਨਾਲ ਉਹਨਾਂ ਗੱਲਾਂ ਨੂੰ ਆਪਣੇ ਅੰਦਰ ਧਾਰਨ ਕਰਦੇ। ਹੈ ਤਾਂ ਪਹਿਲੇ ਬਖਸ਼ੀ ਹੋਈ ਰੂਹ ਨੇ, ਪਰ ਆਪਣੇ ਦਾਦਾ ਜੀ ਵੱਲ ਦੇਖ ਕੇ ਅੰਮ੍ਰਿਤ ਵੇਲੇ ਨਾਲ ਉੱਠਦੇ ਹੈ, ਇਸ਼ਨਾਨ ਕਰਦੇ ਹੈ, ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਹੈ। ਬਾਬਾ ਜੀ ਵੀ ਉਸੇ ਤਰ੍ਹਾਂ ਹੀ ਸੰਗਤ ਜੀ ਕਰਦੇ। ਤੇ ਪਹਿਲਾਂ ਬਾਬਾ ਬਹਾਲ ਸਿੰਘ ਜੀ ਨੇ ਆਪ ਸੰਗਤ ਜੀ ਪੜ੍ਹਾਉਣਾ ਸ਼ੁਰੂ ਕੀਤਾ, ਗੁਰਮੁਖੀ ਅੱਖਰ ਕੁਝ ਪੜ੍ਹਾਏ ਹੈ। ਫਿਰ ਕਹਿੰਦੇ ਹੈ ਕਿ ਇੱਕ ਗਿਆਨੀ ਸਨ ਸੁਰਮੁਖ ਸਿੰਘ ਜੀ, ਸ਼ਾਇਦ ਉਹਨਾਂ ਦਾ ਨਾਂ ਆਉਂਦਾ ਹੈ, ਤੇ ਉਹਨਾਂ ਦੇ ਪਾਸ ਬਾਬਾ ਜੀ ਨੂੰ ਪੜ੍ਹਨੇ ਪਾਇਆ ਸੀ। 2-2.5 ਸਾਲਾਂ ਦੇ ਵਿੱਚ ਉਹਨਾਂ ਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ। ਫਿਰ ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ, ਸ੍ਰੀ ਸਰਬਲੋਕ ਪ੍ਰਕਾਸ਼, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ, ਕੁਝ ਇਤਿਹਾਸ, ਇਹ ਸਾਰਾ ਕੁਝ ਹੀ ਮਹਾਂਪੁਰਖਾਂ ਨੇ ਸੰਗਤ ਜੀ ਪੜ੍ਹਿਆ ਸੀ। ਬੜੇ ਵੱਡੇ ਇੱਕ ਵਿਦਵਾਨ ਸਨ ਮਹਾਂਪੁਰਸ਼, ਇਹ ਵੀ ਸਾਨੂੰ ਚੇਤਾ ਰਹੇ।
ਕਿਉਂਕਿ ਇਸ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਉੱਦਾਂ ਸ਼ਾਇਦ ਨਾ ਪਤਾ ਚੱਲੇ, ਪਰ ਇਸ ਗ੍ਰੰਥ ਵਿੱਚ ਬਾਬਾ ਜੀ ਦੇ ਬਾਰੇ ਲਿਖਿਆ ਬਾਬਾ ਗੁਰਬਚਨ ਸਿੰਘ ਜੀ ਨੇ ਕਿ ਭਿੰਡਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਅਤੇ ਬਾਬਾ ਮੱਘਰ ਸਿੰਘ ਜੀ ਨੇ ਉਹ ਪਾਠ ਕੀਤੇ ਸੀ। ਅਤੇ ਕਿੱਦਾਂ ਪਾਠ ਕਰਦੇ ਹੁੰਦੇ ਸੀ ਬਾਬਾ ਮੱਘਰ ਸਿੰਘ ਜੀ? ਐਂ ਕੱਲੀ ਕੱਲੀ ਲਗ ਮਾਤਰਾ ਦਾ ਧਿਆਨ ਰੱਖ ਕੇ ਸ਼ੁੱਧ ਪਾਠ ਕਰਦੇ ਹੁੰਦੇ ਸੀ। ਅਤੇ ਜੇ ਕੋਈ ਗਲਤ ਪੜ੍ਹਨ ਲੱਗਦਾ ਉਹਨੂੰ ਝਿੜਕ ਦਿੰਦੇ ਹੁੰਦੇ ਸੀ ਕਿ ਭਾਈ ਇੱਥੋਂ ਤੂੰ ਬਾਣੀ ਗਲਤ ਪੜ੍ਹਦਾ ਹੈ। ਤੋ ਇੱਥੋਂ ਪਤਾ ਚੱਲਦਾ ਕਿ ਗੁਰਬਾਣੀ ਦੇ ਨਾਲ ਕਿੰਨਾ ਪਿਆਰ ਸੀ ਉਹਨਾਂ ਦਾ ਔਰ ਕਿੰਨੀ ਸ਼ੁੱਧ ਬਾਣੀ ਉਹ ਪੜ੍ਹਿਆ ਕਰਦੇ ਸੀ ਬਾਬਾ ਮੱਘਰ ਸਿੰਘ ਸਾਹਿਬ। ਤੋ ਬਚਪਨ ਦੇ ਵਿੱਚ ਸੰਗਤ ਜੀ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਲਈ। ਤਕਰੀਬਨ 2, 2.5, 3 ਸਾਲਾਂ ਦੇ ਵਿੱਚ ਹੀ ਇਹ ਸਾਰਾ ਕੁਝ ਉਹਨਾਂ ਨੇ ਪੜ੍ਹ ਲਿਆ। ਛੋਟੀ ਉਮਰ ਦੇ ਵਿੱਚ ਹੀ ਸੰਗਤ ਜੀ ਉਹਨਾਂ ਦੇ ਆਨੰਦ ਕਾਰਜ ਹੋਏ। 2 ਆਨੰਦ ਕਾਰਜ ਸਨ, ਆਪ ਜਾਣਦੇ ਹੀ ਹੈ। ਪਹਿਲੇ ਜਿਹੜੇ ਬੀਬੀ ਜੀ ਸਨ ਉਹ ਚੜ੍ਹਾਈ ਕਰ ਗਏ ਸੀ ਵਿਆਹ ਤੋਂ ਕੁਝ ਸਮੇਂ ਬਾਅਦ। 1902 ਦੇ ਵਿੱਚ ਪਹਿਲਾ ਵਿਆਹ ਹੋਇਆ ਸੀ ਅਤੇ ਘਰਦਿਆਂ ਨੇ ਫਿਰ ਜ਼ੋਰ ਪਾ ਕੇ ਤਕਰੀਬਨ ਸ਼ਾਇਦ 1905 ਦੇ ਵਿੱਚ ਦੁਬਾਰਾ ਵਿਆਹ ਕਰ ਦਿੱਤਾ ਸੀ, ਦੂਜਾ ਵਿਆਹ। ਅਤੇ ਉਹ ਫਿਰ ਬੀਬੀ ਜੀ ਤਕਰੀਬਨ ਕਹਿੰਦੇ ਹੈ ਕਿ 1970-71 ਤੱਕ ਇੱਥੇ ਰਹੇ ਨੇ ਨਗਰ ਵਿੱਚ ਹੀ। ਤੋ ਇੱਦਾਂ 2 ਆਨੰਦ ਕਾਰਜ ਹੋ ਚੁੱਕੇ ਸਨ। ਫਿਰ ਘਰ ਦੇ ਵਿੱਚ ਹੀ ਸੰਗਤ ਜੀ ਰਹਿ ਕੇ ਨਿਤਨੇਮ ਬਾਣੀ ਪੜ੍ਹਿਆ ਕਰਦੇ। ਖੇਤਾਂ ਵਿੱਚ ਆ ਕੇ ਹਲ ਵਾਹੁੰਦੇ, ਆਪਣੇ ਪਿਤਾ ਜੀ ਦੇ ਨਾਲ ਸੰਗਤ ਜੀ ਹਲ ਵਾਹ ਦਿੰਦੇ, ਖੇਤਾਂ ਦੇ ਕੰਮਕਾਰ ਕਰਿਆ ਕਰਦੇ। ਬਾਬਾ ਸੋਭਾ ਸਿੰਘ ਜੀ ਨੇ ਆਖਣਾ ਕਿ ਮੇਰੇ ਸੰਤ ਪੁੱਤਰ, ਤੂੰ ਤਾਂ ਬੰਦਗੀ ਕਰਨ ਵਾਸਤੇ ਆਇਆ ਹੋਇਆ ਹੈ, ਕੱਲ੍ਹ ਨੂੰ ਇਹ ਕੰਮ ਕਰਦਾ ਤੂੰ। ਬਾਬਾ ਜੀ ਕਹਿ ਦਿੰਦੇ ਅੱਗੋਂ ਕਿ ਪਿਤਾ ਜੀ ਉਹ ਪੁੱਤਰ ਹੀ ਕਾਹਦਾ ਜਿਹੜਾ ਪਿਓ ਦੇ ਆਖੀ ਨਾ ਲੱਗੇ, ਕੰਮ ਹੀ ਨਾ ਆ ਸਕੇ, ਇਸ ਕਰਕੇ ਮੈਨੂੰ ਇਹ ਕਰ ਲੈਣ ਦਿਓ ਕੰਮ। ਇੱਦਾਂ ਸੰਗਤ ਜੀ ਕੰਮਕਾਰ ਕਰਦਿਆਂ ਕਰਦਿਆਂ ਤਕਰੀਬਨ 1911 ਸਨ ਹੋ ਗਿਆ। 21 ਸਾਲ ਦੀ ਉਮਰ ਮਹਾਂਪੁਰਸ਼ਾਂ ਦੀ ਹੋ ਗਈ ਸੀ। 21-22 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਫਿਰ ਇਹ ਫੌਜ ਵਿੱਚ ਭਰਤੀ ਹੋ ਗਏ। ਰੁੜਕੀ ਜਾ ਕੇ ਮਹਾਂਪੁਰਸ਼ ਫੌਜ ਦੇ ਵਿੱਚ ਭਰਤੀ ਹੋਏ ਅਤੇ ਉੱਥੋਂ ਹੀ ਸੰਗਤ ਜੀ ਫੌਜ ਦੇ ਵਿੱਚੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਾਰਜ ਪੰਚਮ ਕਹਿੰਦੇ ਹੈ ਕਿ ਗੋਰਿਆਂ ਦਾ ਇੱਥੇ ਰਾਜਾ ਬਣਿਆ ਸੀ, ਉਹਨੇ ਬੜਾ ਵੱਡਾ ਦਿੱਲੀ ਵਿੱਚ ਇੱਕ ਜਲੂਸ ਕੀਤਾ, ਸਮਾਗਮ ਕੀਤਾ ਕਿ ਜਿੰਨੇ ਵੀ ਹਿੰਦੁਸਤਾਨ ਦੇ ਨਿੱਕੇ ਮੋਟੇ ਰਾਜੇ ਨੇ ਸਾਰੇ ਹੀ ਕਹਿੰਦੇ ਇੱਥੇ ਮੇਰੀ ਤਾਜਪੋਸ਼ੀ 'ਤੇ ਆਉਣ ਅਤੇ ਮੇਰੇ ਇਹ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ। ਇੱਧਰੋਂ ਸੰਗਤ ਜੀ ਪੰਜਾਬ ਦੇ ਰਾਜਾ ਸੀ ਉਸ ਸਮੇਂ ਭੁਪਿੰਦਰ ਸਿੰਘ, ਇਹਨੂੰ ਵੀ ਕਿਹਾ ਗਿਆ। ਅਤੇ ਇਹਨੇ ਫਿਰ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਸਨ ਮਸਤੂਆਣੇ ਵਾਲੇ, ਉਹਨਾਂ ਨੂੰ ਬੇਨਤੀ ਕੀਤੀ ਜੀ ਇੱਧਰੋਂ ਅਸੀਂ ਨਗਰ ਕੀਰਤਨ ਦੇ ਰੂਪ ਵਿੱਚ ਉੱਥੇ ਜਾਣਾ ਹੈ। ਪਹਿਲਾਂ ਤਾਂ ਕਹਿੰਦੇ ਮਹਾਂਪੁਰਖਾਂ ਨੇ ਮਨਾ ਕੀਤਾ ਕਿ ਇਹੋ ਜਿਹੇ ਰਾਜੇ ਲੋਕਾਂ ਦੇ ਕੋਲੇ ਕੀ ਕਰਨ ਜਾਣਾ, ਆਪਣਾ ਕੋਈ ਕੰਮ ਨਹੀਂ ਹੈ। ਫਿਰ ਉਹਨੇ ਚਲੋ ਬੇਨਤੀਆਂ ਕੀਤੀਆਂ, ਮਹਾਂਪੁਰਖ ਰਾਜੀ ਹੋ ਗਏ। ਇੱਥੋਂ ਸੰਗਰੂਰ ਤੋਂ ਕਹਿੰਦੇ ਰੇਲ 'ਤੇ ਗਏ ਸਨ। ਫਿਰ ਅੱਗੇ ਸੰਗਤ ਜੀ ਨਗਰ ਕੀਰਤਨ ਦੇ ਰੂਪ ਵਿੱਚ ਗਏ। ਹਾਥੀ ਦੇ ਉੱਤੇ ਮਹਾਰਾਜ ਜੀ ਦਾ ਕਹਿੰਦੇ ਕਿ ਸਰੂਪ ਬਿਰਾਜਮਾਨ ਕੀਤਾ। ਮਹਾਂਪੁਰਖ ਉੱਤੇ ਅਹੁਦੇ ਵਿੱਚ ਬੈਠੇ ਹੋਏ ਸਨ, ਚੌਰ ਕਰਦੇ ਸੀ। ਅਤੇ ਉੱਥੇ ਹੀ ਜਿਸ ਪਲਟਨ ਦੇ ਵਿੱਚ ਬਾਬਾ ਜੀ ਭਰਤੀ ਹੋਏ ਉਹ ਫੌਜ ਵੀ ਉੱਥੇ ਗਈ ਹੋਈ ਸੀ। ਅਤੇ ਮਹਾਂਪੁਰਖ ਸੰਗਤ ਜਦੋਂ ਉੱਥੇ ਪਹੁੰਚੇ ਅਤੇ ਕਹਿੰਦੇ ਹੈ ਕਿ ਇੰਨੀ ਸੋਹਣੀ ਰੂਪ ਰੇਖਾ ਦੇ ਨਾਲ ਇਹ ਨਗਰ ਕੀਰਤਨ ਗਿਆ ਕਿ ਜਿੱਥੇ ਸੰਗਤ ਜੀ ਤਕਰੀਬਨ 650 ਦੇ ਲਾਗੇ ਚਾਗੇ ਹਿੰਦੁਸਤਾਨ ਦੇ ਰਾਜੇ ਜਾਰਜ ਪੰਚਮ ਨੂੰ ਦੇਖਣ ਆਏ ਸਨ ਉਹਦੀ ਤਾਜਪੋਸ਼ੀ ਦੇ ਵਿੱਚ। ਅਤੇ ਜਦੋਂ ਜਾਰਜ ਪੰਚਮ ਨੇ ਦੇਖਿਆ ਕਿ ਇਹ ਨਗਰ ਕੀਰਤਨ ਆ ਰਿਹਾ ਹੈ ਅਤੇ ਉਸ ਸਮੇਂ ਸੰਗਤ ਜੀ ਭੁਪਿੰਦਰ ਸਿੰਘ ਰਾਜੇ ਨੇ ਕਹਿ ਦਿੱਤਾ ਸੀ ਕਿ ਸਾਡੇ ਗੁਰੂ ਸਾਹਿਬ ਜੀ ਨਾਲ ਹੋਣਗੇ ਅਤੇ ਤੁਹਾਨੂੰ ਸਿਰ ਕੱਜਣਾ ਪਏਗਾ ਅਤੇ ਪੈਰੋਂ ਜੋੜਾ ਲਾਉਣਾ ਪਏਗਾ। ਇਹ ਸਾਡੇ ਗੁਰੂ ਸਾਹਿਬ ਜੀ ਦੇ ਅਦਬ ਦੇ ਵਿੱਚ ਐਸੀ ਮਰਜ਼ਾਦਾ ਹੈ। ਉਹ ਕਹਿਣ ਲੱਗਾ ਕੋਈ ਨਹੀਂ, ਦੇਖ ਲਵਾਂਗੇ। ਪਰ ਜਦੋਂ ਸੰਗਤ ਜੀ ਕਹਿੰਦੇ ਨਗਰ ਕੀਰਤਨ ਗਏ ਹੈ ਅਤੇ ਉਹ ਜਾਰਜ ਪੰਚਮ ਆਪਣੇ ਸਿੰਘਾਸਨ ਤੋਂ ਉੱਠ ਖਲੋਤਾ ਅਤੇ ਆਪਣੇ ਆਪ ਹੀ ਉਹਨੇ ਪੈਰੋਂ ਜੋੜਾ ਲਾ ਦਿੱਤਾ ਅਤੇ ਸਿਰ ਕੱਜ ਲਿਆ ਸੀ। ਕਹਿੰਦੇ 650 ਦੇ ਲਾਗੇ ਚਾਗੇ ਜਿਹੜੇ ਰਾਜੇ ਲੋਕ ਸੀ ਦੇਸੋਂ ਪ੍ਰਦੇਸੋਂ ਆਏ ਹੋਏ, ਉਹ ਤਾਂ ਜਾਰਜ ਪੰਚਮ ਨੂੰ ਦੇਖ ਰਹੇ ਸਨ ਕਿ ਜੀ ਤਾਜਪੋਸ਼ੀ ਕਿਵੇਂ ਹੋਵੇ। ਪਰ ਜਾਰਜ ਪੰਚਮ ਕਹਿੰਦੇ ਹੈ ਕਿ ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਸੀ, ਹੱਥ ਜੋੜ ਕੇ ਖਲੋਤਾ ਹੋਇਆ ਸੀ। ਅਤੇ ਬਾਬਾ ਜੀ ਬਿਰਧ ਅਵਸਥਾ ਵਿੱਚ ਹੀ ਸਨ ਉਸ ਸਮੇਂ। ਮਹਾਰਾਜ ਜੀ ਨੂੰ ਚੌਰ ਕਰਦੇ ਪੁੱਛਿਆ ਕਿ ਇਹ ਕੌਣ ਸ਼ਖਸੀਅਤ ਨੇ।
ਦੱਸਿਆ ਕਿ ਜੀ ਇਹ ਗੁਰੂ ਘਰ ਦੇ ਵਿੱਚ ਬੜੇ ਮਹਾਨ ਸੰਤ ਹਨ। ਉਹਨਾਂ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਬੜੀ ਸੰਗਤ ਜੀ ਉੱਥੇ ਪਿਆਰ ਵਿੱਚ ਤੇ ਦਲੇਰੀ ਦੇ ਨਾਲ ਧਾਰਨਾ ਵੀ ਪੜ੍ਹੀ ਸੀ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜਾਰਜ ਪੰਚਮ ਵੱਲ ਨੂੰ ਉਂਗਲ ਕਰਕੇ ਬਾਬਾ ਅਤਰ ਸਿੰਘ ਜੀ ਨੇ ਧਾਰਨਾ ਪੜ੍ਹੀ। ਐਸਾ ਮਨੋਹਰ ਕੀਰਤਨ ਹੋਇਆ। ਬਾਬਾ ਮੱਘਰ ਸਿੰਘ ਸਾਹਿਬ ਜੀ ਸੁਣ ਕੇ ਤੇ ਫਿਰ ਬਾਬਾ ਅਤਰ ਸਿੰਘ ਜੀ ਨੂੰ ਮਿਲੇ। ਬੜਾ ਦੋਨਾਂ ਮਹਾਂਪੁਰਖਾਂ ਦਾ ਪਿਆਰ ਵਧਿਆ। ਇੱਥੇ ਪਲਟਣ ਵਿੱਚ ਵਾਪਸ ਆਏ ਤੇ ਉਹ ਸਾਰੀ ਫਿਰ ਸੰਗਤ ਜੀ ਮਹਾਂਪੁਰਖਾਂ ਨੇ ਮਰਜ਼ਾਦਾ ਰੱਖਣੀ ਸ਼ੁਰੂ ਕਰ ਦਿੱਤੀ। ਜਥੇ ਵਿੱਚ ਕੀਰਤਨ ਆਰੰਭ ਕਰ ਦਿੱਤਾ। ਕੀਰਤਨ ਪ੍ਰਾਰੰਭ ਹੋ ਗਏ। ਸਾਰੀ ਰਹਿਤ ਬੈਦ ਰੱਖਣੀ ਸ਼ੁਰੂ ਕਰ ਦਿੱਤੀ। ਜਥਾ ਹੌਲੀ ਹੌਲੀ ਵੱਡਾ ਹੁੰਦਾ ਗਿਆ। ਤਕਰੀਬਨ 20-25 ਸਿੰਘ ਸਨ ਮਹਾਂਪੁਰਖਾਂ ਦੇ ਨਾਲ ਹੀ ਜਿਹੜੇ ਫੌਜ ਵਿੱਚ ਰਹਿਣ ਲੱਗ ਪਏ। ਤੋ ਕਰਦਿਆਂ ਸੰਗਤ ਜੀ ਲੰਮੇ ਅੱਗੇ ਪਰ ਪ੍ਰਸੰਗ ਹੈ ਦੇਹਰਾਦੂਨ ਦੀ ਘਟਨਾ ਵਾਪਰੀ, ਜੋ ਸਵੇਰੇ ਵੀ ਆਪਾਂ ਕਥਾ ਸੁਣੀ ਸੀ। ਕਰਦਿਆਂ ਕਰਾਉਂਦਿਆਂ ਸੰਗਤ ਜੀ ਫਿਰ ਸਮਾਂ ਆਇਆ ਸੀ 1914 ਦਾ।